ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾ ਸਾਹਿਬ ਓਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਭਾਰ ਏਕੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੂੰ ਕਾਹੇ ਦੁਰਲਭ ਪ੍ਰਾਣੀਆ ਤੁਧ ਰਾਖੇਗਾ ਸਿਰਜਣਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਮਿਲ ਜਾਣੀਐ ਵੱਡਾ ਵੇ ਪਰਵਾਹੋ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ ਪਤਿਤ ਪਾਵਨ ਭਗਤ ਬਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਆਪਣੇ ਸਮੇਂ ਸੁਆਸਾਂ ਨੂੰ ਸਫਲਾ ਕਰ ਰਹੀ ਮਨੁੱਖਾ ਜੀਵਨ ਦਾ ਸ੍ਰੇਸ਼ਟ ਲਾਹਾ ਪ੍ਰਾਪਤ ਕਰ ਰਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਦਾ ਸਮਾਂ ਹੋਇਆ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਇਤਿਹਾਸਕ ਵਿਚਾਰਾਂ ਪੜ੍ਹਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ
ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦਾ ਉਚਾਰਨ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਆ ਕਰਕੇ ਬੇਬੇ ਨਾਨਕੀ ਜੀ ਦੇ ਘਰ ਵਿੱਚ ਵਿਰਾਜੇ ਹੋਏ ਨੇ, ਮਸੀਤ ਦੇ ਅੰਦਰ ਕਾਜੀ ਨੂੰ ਨਵਾਬ ਦੌਲਤ ਖਾਨ ਨੂੰ ਉਪਦੇਸ਼ ਦੇ ਕਰਕੇ ਮਹਾਰਾਜ ਆਪਣੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਘਰ ਆ ਚੁੱਕੇ ਨੇ ਅਤੇ ਸਾਰੀ ਵਾਰਤਾਲਾਪ ਭਾਈ ਜੈ ਰਾਮ ਨੂੰ ਬੇਬੇ ਨਾਨਕੀ ਜੀ ਨੂੰ ਆਪਣੇ ਪਵਿੱਤਰ ਮੁਖ ਤੋਂ ਦੱਸਣ ਕੀਤੀ ਹੈ। ਸਾਰਾ ਕੁਝ ਸਮਝਾਇਆ ਹੈ ਤੇ ਭਾਈ ਜੈ ਰਾਮ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਬਹੁਤ ਸਿਫਤ ਸਲਾਹ ਕਰਦੇ ਨੇ, ਕਿਉਂਕਿ ਜੋ ਉਹਨਾਂ ਦੇ ਮਨ ਦੇ ਅੰਦਰ ਭਰਮ ਭੁਲੇਖੇ ਸਨ ਉਹ ਸਾਰੇ ਹੀ ਨਾਸ਼ ਹੋ ਚੁੱਕੇ ਨੇ। ਹੁਣ ਸਿਰਫ ਔਰ ਸਿਰਫ ਸ਼ਰਧਾ ਹੈ। ਇਸ ਪ੍ਰਕਾਰ ਮਹਾਰਾਜ ਘਰ ਦੇ ਅੰਦਰ ਵਿਰਾਜੇ ਹੋਏ ਨੇ। ਬਟਾਲੇ ਨਗਰ ਤੋਂ ਭਾਈ ਮੂਲ ਚੰਦ, ਉਹਨਾਂ ਦੀ ਪਤਨੀ ਚੰਦੋ ਰਾਣੀ, ਜੋ ਮਾਤਾ ਸੁਲੱਖਣੀ ਜੀ ਦੇ ਮਾਤਾ ਪਿਤਾ ਨੇ, ਉਹ ਵੀ ਆਏ ਨੇ। ਆ ਕਰਕੇ ਸਤਿਗੁਰਾਂ ਦੇ ਕੋਲ ਵਿਰਾਜੇ ਨੇ ਤੇ ਮਹਾਰਾਜ ਜੀਆਂ ਨੂੰ ਬੜੇ ਕਠੋਰ ਬਚਨ ਕਹਿਣਾ ਕੀਤੇ ਨੇ। ਬੜੇ ਗੁੱਸੇ ਵਾਲੇ ਸੁਭਾਅ ਨੂੰ ਧਾਰਨ ਕਰਕੇ ਮਹਾਰਾਜ ਜੀਆਂ ਦੀ ਬਾਬਤ ਬੋਲਣ ਲੱਗੇ ਨੇ ਕਿ ਤੁਸੀਂ ਸਾਰਾ ਜੋ ਧਨ ਹੈ ਉਹ ਉਜਾੜ ਦਿੱਤਾ ਹੈ। ਫਕੀਰਾਂ ਵਾਲਾ ਲਿਬਾਸ ਬਣਾ ਕਰਕੇ ਘਰ ਤੋਂ ਬਾਹਰ ਡੇਰੇ ਲਾ ਲਏ ਨੇ। ਘਰ ਦੇ ਜੋ ਸੁੱਖ ਆਰਾਮ ਨੇ ਸਾਰੇ ਹੀ ਛੱਡ ਦਿੱਤੇ ਨੇ। ਉਹਨਾਂ ਨੂੰ ਸਮਝਾਉਂਦਿਆਂ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਪਦੇਸ਼ ਦਿੱਤਾ ਹੈ। ਮਾਰੂ ਰਾਗ ਦੇ ਅੰਦਰ ਮਹੱਲੇ ਪਹਿਲੇ ਅੰਦਰ ਗੁਰੂ ਨਾਨਕ ਦੇਵ ਜੀਆਂ ਨੇ ਬਖਸ਼ਿਸ਼ ਕੀਤੀ, ਮਿਲ ਮਾਤ ਪਿਤਾ ਪਿੰਡ ਕਮਾਇਆ, ਕਿ ਮਾਤਾ ਪਿਤਾ ਦਾ ਮੇਲ ਹੁੰਦਾ ਹੈ, ਸੰਜੋਗ ਹੁੰਦਾ ਹੈ, ਧੀ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ। ਤਿਨ ਕਰਤਾ ਲੇਖ ਲਿਖਾਇਆ ਤੇ ਜੋ ਵੀ ਬੱਚਾ ਜਨਮਦਾ ਹੈ ਪਰਮੇਸ਼ਰ ਉਹਦਾ ਲੇਖ ਲਿਖਦਾ ਹੈ। ਉਹਦਿਆਂ ਲੇਖਾਂ ਦੇ ਵਿੱਚ ਦੁੱਖ ਸੁੱਖ ਪਰਮੇਸ਼ਰ ਆਪ ਲਿਖਦਾ ਹੈ। ਲਿਖਦਾਤ ਜੋਤ ਵਡਿਆਈ ਕਿ ਸੰਸਾਰ ਵਿੱਚ ਇਸ ਨੂੰ ਕਿੰਨੀਆਂ ਵਡਿਆਈਆਂ ਮਿਲਣੀਆਂ ਨੇ, ਕਿਸ ਕਿਸ ਦਾਤਾਂ ਦੀਆਂ ਪ੍ਰਾਪਤੀਆਂ ਹੋਣੀਆਂ ਨੇ, ਕਿਹੜੇ ਕਿਹੜੇ ਜੀਵਨ ਅੰਦਰ ਪਦਾਰਥ ਪ੍ਰਾਪਤ ਹੋਣਗੇ, ਇਹ ਸਾਰੇ ਪਰਮੇਸ਼ਰ ਲਿਖਦਾ ਹੈ। ਮਿਲ ਮਾਇਆ ਸੁਰਤ ਗਵਾਈ ਤੇ ਜਦੋਂ ਪਰਮੇਸ਼ਰ ਵੱਲੋਂ ਬਖਸ਼ੀਆਂ ਦਾਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨੁੱਖ ਹੰਕਾਰੀ ਹੋ ਜਾਂਦਾ ਹੈ। ਆਪਣੀ ਸੁਰਤ ਹੈ ਜੋ ਮਤ ਬੁੱਧ ਹੈ ਉਹ ਗਵਾ ਲੈਂਦਾ ਹੈ। ਮੂਰਖ ਮਨ ਕਾਹੇ ਪਰ ਸਹਿਮਾਣਾ, ਮਹਾਰਾਜ ਕਹਿਣ ਲੱਗੇ ਕਿ ਹੇ ਮਨਾ ਮੂਰਖ, ਤੂੰ ਕਿਸ ਗੱਲ ਦਾ ਹੰਕਾਰ ਕਰਦਾ ਹੈ। ਉੱਠ ਚੱਲਣਾ ਖਸਮ ਭਾਣਾ, ਜਿਸ ਖਸਮ ਦੇ ਭਾਣੇ ਅੰਦਰ ਤੈਨੂੰ ਦਾਤਾਂ ਧਨ ਦੌਲਤ ਚੰਗਾ ਪਰਿਵਾਰ ਪ੍ਰਾਪਤ ਹੋਇਆ ਹੈ ਨਾ, ਇਸ ਸਾਰੇ ਨੂੰ ਛੱਡ ਕਰਕੇ ਉਸੇ ਹੀ ਖਸਮ ਦੇ ਭਾਣੇ ਅੰਦਰ ਚਲੇ ਜਾਣਾ ਹੈ। ਤਜ ਸਾਧ ਸਹਿਜ ਸੁਖ ਪਾਏ। ਤੇ ਜਿਹੜਾ ਮਨੁੱਖ ਹੰਕਾਰ ਨੂੰ ਵਿਕਾਰਾਂ ਨੂੰ ਛੱਡ ਦਿੰਦਾ ਹੈ ਉਹ ਸੰਸਾਰ ਦੇ ਵਿੱਚ ਬਹੁਤ ਸੁਖ ਪਾਉਂਦਾ ਹੈ। ਘਰ ਛੱਡਣੇ ਰਹਿ ਨਾ ਕੋਈ, ਕਹਿੰਦੇ ਘਰ ਨੂੰ ਛੱਡ ਜਾਣਾ। ਜੋ ਘਰਾਂ ਦਾ ਅਹੰਕਾਰ ਕਰੀ ਬੈਠਾ ਹੈ, ਉੱਚੀਆਂ ਮਹਿਲ ਮਾੜੀਆਂ ਦਾ ਅਹੰਕਾਰ ਕਰੀ ਬੈਠਾ ਹੈ, ਇਸ ਸਾਰੇ ਨੂੰ ਹੀ ਛੱਡ ਕੇ ਚਲਾ ਜਾਣਾ। ਕਿਛ ਖਾਜੈ ਕਿਛ ਧਰ ਜਾਈਐ। ਮਹਾਰਾਜ ਕਹਿੰਦੇ ਮਨੁੱਖ ਕਮਾਉਂਦਾ ਹੈ, ਕੁਝ ਕੁ ਖਰਚ ਲੈਂਦਾ ਹੈ, ਖਾ ਲੈਂਦਾ ਹੈ ਤੇ ਕੁਝ ਕੁ ਸਾਂਭ ਕੇ ਰੱਖਦਾ ਹੈ। ਜੇ ਬਾਹਰ ਦੁਨੀਆ ਆਈ ਹੈ, ਮਹਾਰਾਜ ਕਹਿੰਦੇ ਸਾਂਭੀਆਂ ਹੋਈਆਂ ਚੀਜ਼ਾਂ ਫਿਰ ਹੀ ਕੰਮ ਆਉਣਗੀਆਂ। ਜੇਕਰ ਮਨੁੱਖ ਨੇ ਮੁੜ ਕੇ ਇਸ ਸੰਸਾਰ ਵਿੱਚ ਆਉਣਾ ਹੋਵੇ। ਸਦਕਾਇਆ ਪੱਗ ਹੰਢਾਏ, ਚੰਗੇ ਵਸਤਰਾਂ ਨੂੰ ਪਹਿਨ ਕਰਕੇ ਆਪਣੀਆਂ ਸਰੀਰਾਂ ਦਾ ਸ਼ਿੰਗਾਰ ਕਰਦਾ ਹੈ। ਫਰਮਾਇਸ਼ ਬਹੁਤ ਚਲਾਏ, ਉੱਚੇ ਅਹੁਦਿਆਂ ਤੇ ਬੈਠਿਆਂ ਲੋਕਾਂ ਦੇ ਤੱਕ ਫਰਮਾਇਸ਼ਾਂ ਪਾਉਂਦਾ ਹੈ। ਆਪਣੇ ਨਿੱਜੀ ਕੰਮਾਂ ਕਾਰਾਂ ਵਾਸਤੇ ਕਰ ਸੇਜ ਸੁਖਾਲੀ ਸੋਵੈ, ਬੜੀਆਂ ਸੇਜਾਂ ਕੋਮਲ ਸੇਜਾਂ ਦੇ ਉੱਪਰ ਰਾਤਾਂ ਬਤੀਤ ਕਰਦਾ ਹੈ। ਐਸੀਆਂ ਕੋਮਲ ਸੇਜਾਂ ਨੇ ਜੋ ਅੰਮ੍ਰਿਤ ਵੇਲੇ ਉੱਠਣ ਨਹੀਂ ਦਿੰਦੀਆਂ,
ਉਹਨਾਂ ਸੇਜਾਂ ਉੱਪਰ ਪਿਆ ਹੀ ਰੋਂਦਾ ਹੈ, ਕਰਲਾਉਂਦਾ ਹੈ। ਕਰ ਘੁੰਮਣ ਬਾਣੀ ਭਾਈ ਮਹਾਰਾਜ ਕਹਿੰਦੇ ਸੁਣਨਾ ਕਰੋ, ਜਿਹੜੇ ਪਰਿਵਾਰ ਨੇ ਨਾ, ਜਿਹੜੇ ਘਰ ਨੇ, ਇਹ ਘੁੰਮਣ ਘੇਰੀ ਹੈ। ਮਨੁੱਖ ਇਹਨਾਂ ਵਿੱਚ ਹੀ ਭੁਲੇਖਿਆਂ ਦੇ ਵਿੱਚ ਭੁੱਲ ਜਾਂਦਾ ਹੈ, ਘੁੰਮਣ ਘੇਰੀ ਵਿੱਚ ਫਸ ਜਾਂਦਾ ਹੈ। ਪਾਪ ਪੱਥਰ ਤਰਨ ਨਾ ਜਾਈ, ਤੇ ਪਰਿਵਾਰ ਦੀ ਖਾਤਰ ਬਹੁ ਪਰਪੰਚ ਕਰ ਪਰ ਧਨ ਲਿਆਵੈ। ਸੁਖਦਾਰ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ। ਅੰਤ ਨਬੇਰਾ ਤੇਰੇ ਜੀ ਪਹਿ ਲੀਜੈ, ਮਹਾਂਭਾਗਾ ਅਨੁਸਾਰ ਬਖਸ਼ਿਸ਼ ਕਰਦੇ ਨੇ। ਪਾਪ ਪੱਥਰ ਤਰਨ ਨਾ ਜਾਏ ਕਿ ਐਸੇ ਪਾਪ ਜ਼ਿੰਦਗੀ ਦੇ ਵਿੱਚ ਪਰਿਵਾਰਕ ਸੁੱਖਾਂ ਦੇ ਲਈ ਸਹੇੜ ਲੈਂਦਾ ਹੈ। ਉਹ ਪਾਪ ਪੱਥਰਾਂ ਵਰਗੇ ਭਾਰੇ ਹੁੰਦੇ ਨੇ, ਜਿਵੇਂ ਪੱਥਰਾਂ ਨੂੰ ਕੋਈ ਬੰਦਾ ਗਲ ਦੇ ਵਿੱਚ ਧਾਰਨ ਕਰ ਲਵੇ, ਸਰੀਰ ਦੇ ਉੱਪਰ ਧਾਰਨ ਕਰ ਲਵੇ, ਜਾਂ ਪੱਥਰਾਂ ਨੂੰ ਹੱਥਾਂ ਦੇ ਵਿੱਚ ਫੜ ਕੇ ਕਵੇ ਮੈਂ ਸੰਸਾਰ ਸਮੁੰਦਰ ਤੋਂ ਜਾਂ ਵੈਸੇ ਜਲ ਦੇ ਸਮੁੰਦਰ ਤੋਂ ਪਾਰ ਹੋ ਜਾਵਾਂਗਾ, ਨਹੀਂ ਹੋਇਆ ਜਾ ਸਕਦਾ। ਉਹ ਡੁੱਬ ਜਾਵੇਗਾ, ਭਾਵੇੜਾ ਜੀਉ ਚੜਾ। ਪਰ ਜੇਕਰ ਸ਼ਰਧਾ ਭਾਵਨਾ ਦੇ ਨਾਲ ਮਨ ਦੀ ਨਿਮਰਤਾ ਨੂੰ ਲੈ ਕਰਕੇ ਪਰਮੇਸ਼ਰ ਰੂਪੀ ਨਾਮ ਰੂਪੀ ਬੇੜੇ ਉੱਪਰ ਚੜ ਜਾਵੇ, ਕਹੋ ਨਾਨਕ ਦੇਵੈ ਕਾਹੂ, ਫਿਰ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਨਹੀਂ, ਪਰ ਉਹ ਬੇੜਾ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ ਹੈ, ਆਪਣੇ ਸੱਸ ਅਤੇ ਸਹੁਰੇ ਨੂੰ ਸਮਝਾਉਣਾ ਕੀਤਾ ਹੈ। ਭਣਿਓ ਸ਼ਬਦ ਪਰਮਾਰਥ ਜਾਣੀ, ਮਹਾਰਾਜ ਜੀਆਂ ਨੇ ਐਸਾ ਸ਼ਬਦ ਉਚਾਰਨ ਕੀਤਾ ਹੈ। ਪਰ ਤਨ ਕੰਨਾ ਪਰਸਿਓ ਤਿਨ ਮਨ ਮਾਹੀ, ਰਤੀ ਭਰ ਵੀ ਅਸਰ ਨਹੀਂ ਹੋਇਆ। ਚੰਦੋ ਰਾਣੀ ਦੇ ਮਨ ਦੇ ਉੱਪਰ, ਮੂਲ ਚੰਦ ਦੇ ਮਨ ਦੇ ਉੱਪਰ ਰਤੀ ਭਰ ਸਤਿਗੁਰਾਂ ਦੀ ਸਿੱਖਿਆ ਦਾ ਸ਼ਬਦ ਨਹੀਂ ਹੋਇਆ। ਕਹਿੰਦੇ ਕਿਸ ਪ੍ਰਕਾਰ, ਵਿਸ਼ਾ ਵਿਖੇ ਲੰਕਟ ਨਰ ਜਾਊ। ਕਹਿੰਦੇ ਜਿਹੜਾ ਵਿਸ਼ਿਆਂ ਵਿਕਾਰਾਂ ਦੇ ਵਿੱਚ ਮਨੁੱਖ ਲੰਕਟ ਹੋਵੇ, ਉਹਨੂੰ ਕਹਿ ਦਈਏ ਵਿਸ਼ੇ ਵਿਕਾਰ ਛੱਡ ਦੇ, ਕਾਮ ਸ਼ਕਤੀ ਛੱਡ ਦੇ, ਉਹ ਨਾ ਕਰ ਦੇਵੇ। ਕਿਸ ਪ੍ਰਕਾਰ, ਜਿਵੇਂ ਕੋਈ ਕੰਜੂਸ ਬੰਦਾ ਧਨ ਨੂੰ ਸਾਂਭ ਕੇ ਰੱਖਦਾ ਹੈ, ਉਹਨੂੰ ਕਹਿ ਦਈਏ ਕਿ ਥੋੜਾ ਬਹੁਤਾ ਧਨ ਹੈ ਜੋ ਧਰਮ ਦੇ ਕੰਮਾਂ ਦੇ ਵਿੱਚ ਲੋੜਵੰਦਾਂ ਦੇ ਵਿੱਚ ਲਾ ਦੇ, ਕੋਈ ਨਿੱਜੀ ਕੰਮਾਂ ਨੂੰ ਛੱਡ ਕਰਕੇ ਸਾਂਝੀਆਂ ਕੰਮਾਂ ਦੇ ਵਿੱਚ ਲਾ ਦੇ, ਤੇ ਉਹ ਜਵਾਬ ਦੇ ਦੇਵੇ। ਇਸ ਪ੍ਰਕਾਰ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਉਣ ਵਾਲਾ ਜੋ ਇਤਿਹਾਸ ਹੈ, ਆਓ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਤਿਉ ਮੂਲੇ ਗੁਣ ਚੰਦੋ ਰਾਣੀ। ਮਹਾਰਾਜ ਜੀਆਂ ਨੇ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕੀਤਾ ਹੈ, ਪਰ ਰਤੀ ਪਰ ਅਸਰ ਨਹੀਂ ਹੋਇਆ, ਕਿਉਂਕਿ ਮਨ ਦੇ ਅੰਦਰ ਹੰਕਾਰ ਹੈ, ਗੁੱਸਾ ਹੈ। ਜਿਸ ਮਨ ਦੇ ਅੰਦਰ ਹੰਕਾਰ ਹੋਵੇ, ਉਸ ਮਨ ਦੇ ਤੱਕ ਗੁਰੂ ਦਾ ਸ਼ਬਦ ਨਹੀਂ ਪਹੁੰਚ ਸਕਦਾ। ਉਸ ਮਨ ਦੇ ਉੱਪਰ ਗੁਰੂ ਦੇ ਸ਼ਬਦ ਦਾ ਅਸਰ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਮੈਂ ਹੈ, ਉੱਥੇ ਤੂੰ ਕਹਿਣਾ ਬੜਾ ਔਖਾ ਹੈ। ਇਸੇ ਪ੍ਰਕਾਰ ਹੀ ਬਾਬਾ ਮੂਲ ਚੰਦ ਚੰਦੋ ਰਾਣੀ ਬੜੇ ਗੁੱਸੇ ਦੇ ਵਿੱਚ ਨੇ, ਤਿਉ ਮੂਲੇ ਪਰ ਚੰਦੋ ਰਾਣੀ। ਕਹਿੰਦੇ ਫੇਰ ਉਹ ਦੋਵੇਂ ਹੀ ਬੋਲੇ ਨੇ, ਸ੍ਰੀ ਗੁਰੂ ਸ਼ਬਦ ਧਰਿਓ ਮਹਿਕਾਨੀ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਆਪਣੇ ਕੰਨਾਂ ਦੇ ਉੱਪਰ ਨਹੀਂ ਧਰਿਆ, ਸਤਿਗੁਰਾਂ ਦੇ ਸ਼ਬਦ ਬਾਬਤ ਕੰਨਾਂ ਉੱਪਰ ਜੂ ਨਹੀਂ ਸਰਕੀ, ਰਤੀ ਪਰ ਅਸਰ ਨਹੀਂ ਹੋਇਆ। ਬੋਲੀ ਬਹੁਰ ਕ੍ਰੋਧ ਸੋ ਬੈਨਾ। ਬਹੁਤ ਹੀ ਕ੍ਰੋਧ ਨੂੰ ਧਾਰਨ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜੋ ਸੱਸ ਹੈ ਚੰਦੋ ਰਾਣੀ ਬੋਲੀ ਹੈ, ਭੇਦ ਨਾ ਜਾਣਗੇ ਇਹ ਗੁਣ ਐਨਾ। ਉਹਨਾਂ ਨੇ ਗੁਰੂ ਦਾ ਭੇਦ ਨਹੀਂ ਜਾਣਿਆ ਕਿ ਪਰਮੇਸ਼ਰ ਰੂਪ ਹੈ, ਸ਼ਕਤੀਵਾਨ ਹੈ, ਸ਼ਕਤੀਆਂ ਦਾ ਮਾਲਕ ਹੈ, ਸਰਬ ਕਲਾ ਸਮਰੱਥ ਹੈ, ਇਹ ਭੇਦ ਨਹੀਂ ਜਾਣਿਆ। ਦੋਹਰਾ ਆਸ ਵਿਚਾਰ ਕੇ ਬਚਨ ਅਬ। ਇਸ ਤਰ੍ਹਾਂ ਵਿਚਾਰ ਕਰਕੇ ਜਦੋਂ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ ਹੈ ਕਿ ਜੋ ਘਰ ਦੇ ਸੁੱਖ ਆਰਾਮ ਨੇ, ਇਹ ਸੰਸਾਰ ਸਮੁੰਦਰ ਵਿੱਚ ਡੋਬ ਦਿੰਦੇ ਨੇ, ਬੰਦਾ ਇਹਨਾਂ ਤੋਂ ਪਾਰ ਨਹੀਂ ਹੋ ਸਕਦਾ। ਮਹਾਰਾਜ ਜੀਆਂ ਨੂੰ ਕਹਿਣ ਲੱਗੀ ਕਿ ਹੁਣ ਤੁਸੀਂ ਵਿਚਾਰਾਂ ਕਰ ਕਰਕੇ ਸ਼ਬਦਾਂ ਦਾ ਉਚਾਰਨ ਕਰਦੇ ਹੋ। ਬਣਨ ਲੱਗਾ ਹਮ ਪਾਸ। ਹੁਣ ਤੂੰ ਸਾਡੇ ਨੂੰ ਸਿੱਖਿਆ ਦੇਣ ਲੱਗਾ ਏ, ਜਦੋਂ ਵਿਆਹ ਕਰਵਾਉਣਾ ਸੀ ਉਦੋਂ ਨਹੀਂ ਚੇਤੇ ਸੀ।
ਉਦੋਂ ਇਹ ਸਿੱਖਿਆ ਦਿੰਦਾ ਤੇ ਅਸੀਂ ਤੇਰੇ ਨਾਲ ਰਿਸ਼ਤਾ ਹੀ ਨਾ ਜੋੜਦੇ। ਹੁਣ ਤੂੰ ਸਾਨੂੰ ਕਿਉਂ ਸਿੱਖਿਆ ਦਿੰਦਾ ਹੈ? ਪੂਰਬ ਕਿਉ ਨਾ ਵਿਚਾਰਿਓ, ਕਹਿੰਦੇ ਪਹਿਲਾਂ ਇਹ ਗੱਲਾਂ ਦੀ ਵਿਚਾਰ ਕਿਉਂ ਨਾ ਕੀਤੀ? ਜਬ ਕੀਨੋ ਕਰਵਾਸ, ਤੇ ਜਦੋਂ ਤੂੰ ਆਪਣਾ ਘਰ ਵਸਾਉਣਾ ਸੀ ਉਦੋਂ ਇਹਨਾਂ ਗੱਲਾਂ ਦੀ ਵਿਚਾਰ ਕਰਨੀ ਸੀ ਕਿ ਘਰ ਹੈ ਜੋ ਕੋਈ ਘੁੰਮਣ ਘੇਰੀ ਹੈ, ਇਸ ਵਿੱਚ ਮਨੁੱਖ ਫਸ ਜਾਂਦਾ ਹੈ, ਪਰਿਵਾਰ ਖਾਤਰ ਪਾਪ ਕਰਦਾ ਹੈ, ਡੁੱਬ ਜਾਂਦਾ ਹੈ, ਜਨਮ ਮਰਨ ਦੇ ਬੰਧਨਾਂ ਦੇ ਵਿੱਚ ਵੱਜ ਜਾਂਦਾ ਹੈ। ਇਹ ਵਿਚਾਰਾਂ ਹੇ ਗੁਰੂ ਨਾਨਕ ਤੂੰ ਘਰ ਵਸਾਉਣ ਤੋਂ ਪਹਿਲਾਂ ਕਰਨੀਆਂ ਸੀ। ਚੌਪਈ ਖਰਚ ਸਦਨ ਕੋ ਦੀਰਘ ਜਾਨਾ, ਕਹਿੰਦੇ ਹੁਣ ਤੈਨੂੰ ਪਤਾ ਲੱਗਿਆ ਹੈ, ਪਹਿਲਾਂ ਵਿਆਹ ਕਰਵਾ ਲਿਆ, ਹੁਣ ਪਤਾ ਲੱਗਿਆ ਹੈ ਕਿ ਪਰਿਵਾਰ ਦੇ ਖਰਚੇ ਬਹੁਤ ਨੇ, ਪਰਿਵਾਰ ਨੂੰ ਪਾਲਣਾ ਬੜਾ ਔਖਾ ਹੈ। ਵੇਖ ਫਕੀਰੀ ਨਿਜ ਤਨ ਠਾਨਾ, ਘਰ ਦੀਆਂ ਖਰਚਿਆਂ ਤੋਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਇਆ ਤੂੰ ਫਕੀਰਾਂ ਵਾਲਾ ਭੇਸ ਬਣਾਇਆ ਹੈ, ਸਾਧੂ ਬਣ ਗਿਆ ਹੈ। ਜੇ ਜਾਣਤ ਤੇ ਐਸੀ ਕਰਨੀ, ਤੇ ਜੇਕਰ ਅਸੀਂ ਜਾਣਦੇ ਹੁੰਦੇ ਨਾ, ਸਾਡਾ ਪਰਿਵਾਰ ਜਾਣਦਾ ਹੁੰਦਾ, ਅਸੀਂ ਪੁੱਛ ਗਿੱਛ ਕੀਤੀ ਹੁੰਦੀ ਤੇਰੀ ਬਾਬਤ ਕਿ ਤੂੰ ਇਸ ਪ੍ਰਕਾਰ ਕਰਨੀ ਹੈ। ਮੋਤਨ ਜਾ ਵਿਪਤਾ ਇਉ ਜਾਨੀ, ਕਿ ਮੇਰੀ ਜੋ ਲੜਕੀ ਹੈ ਸੁਲੱਖਣੀ, ਉਹਨੇ ਜ਼ਿੰਦਗੀ ਭਰ ਦੁੱਖਾਂ ਨੂੰ ਸਹੇੜਨਾ ਹੈ, ਦੁੱਖਾਂ ਅੰਦਰ ਬਤੀਤ ਕਰਨੀ ਹੈ। ਕਿਉ ਕਰਤੀ ਤਿਹ ਕੋ ਸੰਬੰਧਾ, ਉਹਦਾ ਰਿਸ਼ਤਾ ਆਪਣੀ ਪੁੱਤਰੀ ਦਾ ਰਿਸ਼ਤਾ ਹੈ ਨਾਨਕ, ਤੇਰੇ ਨਾਲ ਨਾ ਜੋੜਦੀ, ਤੇਰੇ ਨਾਲ ਨਾ ਵਿਆਹੁੰਦੀ। ਭਇਓ ਭਾਗ ਤਿਹ ਕੋ ਅਤਮੰਦਾ, ਬਸ ਏਦਾਂ ਲੱਗਦਾ ਹੈ ਤੇਰੇ ਨਾਲ ਰਿਸ਼ਤਾ ਕਾਹਦਾ ਜੁੜਿਆ ਹੈ, ਸਾਡੇ ਕੋਈ ਮਾੜੇ ਕਰਮ ਸਾਡੇ ਮੂਹਰੇ ਆ ਗਏ ਜੋ ਤੇਰੇ ਨਾਲ ਰਿਸ਼ਤਾ ਜੁੜਿਆ ਹੈ। ਮੇਰੀ ਜੋ ਲੜਕੀ ਹੈ ਸੁਲੱਖਣੀ, ਉਹਦੇ ਭੈੜੇ ਕਰਮ ਕੋਈ ਮੂਹਰੇ ਆ ਗਏ ਨੇ, ਜੋ ਤੇਰੇ ਨਾਲ ਰਿਸ਼ਤਾ ਜੁੜਿਆ ਹੈ, ਤੇਰੇ ਨਾਲ ਵਿਆਹੀ ਹੈ। ਹਮ ਏ ਰਹੇ ਤਮਜਾ ਦੁਖ ਨੈਨਾ, ਤੇ ਅਸੀਂ ਹੁਣ ਏਦਾਂ ਲੱਗਦਾ ਹੈ ਕਿ ਸਾਰੀ ਉਮਰ ਆਪਣੀਆਂ ਅੱਖਾਂ ਦੇ ਨਾਲ ਆਪਣੀ ਪੁੱਤਰੀ ਦੇ ਦੁੱਖਾਂ ਨੂੰ ਵੇਖਣਾ ਹੈ। ਤੇਰੇ ਔਰ ਪਰਮੇਸ਼ਰ ਭੈ ਨਾ, ਤੇਰੇ ਮਨ ਵਿੱਚ ਪਰਮੇਸ਼ਰ ਦਾ ਰਤੀ ਪਰ ਡਰ ਨਹੀਂ, ਤੂੰ ਪਰਿਵਾਰ ਨੂੰ ਦੁੱਖ ਦੇ ਰਿਹਾ ਹੈ, ਅਸੀਂ ਦੁਖੀ ਹਾਂ। ਤੇਰੇ ਮਨ ਦੇ ਅੰਦਰ ਪਰਮੇਸ਼ਰ ਦਾ ਡਰ ਨਹੀਂ ਕਿ ਉਹਨੂੰ ਲੇਖਾ ਦੇਣਾ ਹੈ। ਬਾਲਕ ਪਾਲਕ ਹੋਵੇ ਕੌਣ, ਤੇ ਜਿਹੜੇ ਦੋ ਬਾਲਕ ਨੇ ਸ਼੍ਰੀ ਚੰਦ ਲక్ష్ਮੀ ਦਾਸ ਵਰਗੇ ਤੇਰੇ ਘਰ ਦੇ ਅੰਦਰ, ਉਹਨਾਂ ਨੂੰ ਦੱਸ ਕੌਣ ਪਾਲੇਗਾ? ਕਹਿ ਆਧਾਰ ਹੋਵੇ ਕੌਣ, ਉਹਨਾਂ ਦਾ ਕੌਣ ਆਸਰਾ ਬਣੇਗਾ? ਉਹਨਾਂ ਦੀਆਂ ਕੌਣ ਜ਼ਿੰਮੇਵਾਰੀਆਂ ਚੁੱਕੇਗਾ? ਜਿਨ ਕੋ ਸੁਧ ਬੁੱਧ ਆਇ ਨ ਕੋ, ਉਹ ਹਜੇ ਛੋਟੇ ਨੇ, ਬਹੁਤੀ ਸੁੱਧੀ ਬੁੱਧੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ, ਹਜੇ ਅਣਜਾਣ ਨੇ। ਦਰਬ ਕਮਾਵਨ ਕੀ ਬਿਤ ਜੋ, ਹਾਲੇ ਤਾਂ ਉਹ ਧਨ ਨੂੰ ਕਮਾਉਣਾ ਨਹੀਂ ਜਾਣਦੇ ਕਿ ਕਿਸ ਪ੍ਰਕਾਰ ਕੋਈ ਕਾਰਜ ਕੀਤਾ ਜਾਵੇ, ਧਨ ਕਮਾਇਆ ਜਾਵੇ, ਘਰ ਦੇ ਵਿੱਚ ਰਸਤ ਵਸਤ ਲਿਆਈ ਜਾਵੇ, ਪ੍ਰਸ਼ਾਦਾ ਪਾਣੀ ਛਕਿਆ ਜਾਵੇ। ਹਲੇ ਉਹ ਦੋਨੇ ਹੀ ਛੋਟੇ ਨੇ, ਹਲੇ ਉਹ ਧਨ ਕਮਾਉਣਾ ਨਹੀਂ ਜਾਣਦੇ। ਤਜ ਭਾਜੇ ਦਿਨ ਕੋ ਅਬ ਐਸੇ, ਤੇ ਤੂੰ ਉਹਨਾਂ ਦੋਨਾਂ ਨੂੰ ਹੀ ਛੱਡ ਕੇ ਭੱਜਿਆ ਹੋਇਆ ਹੈ। ਜਾਮਨ ਪਾਸ ਪਰਦੇਸੀ ਜੈਸੇ, ਕਹਿੰਦੇ ਜਿਵੇਂ ਕੋਈ ਪਰਦੇਸੀ ਆਉਂਦਾ ਹੈ, ਰਾਤ ਰਹਿੰਦਾ ਹੈ, ਅਣਜਾਣਾ ਵਾਂਗ ਰਾਤ ਬਤੀਤ ਕਰਕੇ ਆਪਣੇ ਸਫ਼ਰ ਤੇ ਨਿਕਲ ਜਾਂਦਾ ਹੈ ਨਾ, ਇਸ ਪ੍ਰਕਾਰ ਹੈ ਨਾਨਕ ਤੂੰ ਕਰ ਰਿਹਾ ਹੈ। ਇਸ ਪ੍ਰਕਾਰ ਤੇਰੀ ਹਾਲਤ, ਤੂੰ ਘਰ ਦੇ ਵਿੱਚ ਆਉਂਦਾ ਹੀ ਨਹੀਂ, ਜੇ ਆਉਂਦਾ ਹੈ ਤੇ ਅਣਜਾਣਾ ਵਾਂਗ ਆ ਕਰਕੇ ਰਾਤ ਬਤੀਤ ਕਰਕੇ ਸਫ਼ਰ ਤੇ ਨਿਕਲ ਜਾਂਦਾ ਹੈ, ਆਪਣੀ ਮੰਜ਼ਿਲ ਵੱਲ ਨਿਕਲ ਜਾਂਦਾ ਹੈ। ਸੋਤ ਕੋ ਮੋਹ ਨਾ ਮਨ ਮਹਿ ਆਵਹੇ, ਤੇਰੇ ਮਨ ਦੇ ਵਿੱਚ ਰਤੀ ਭਰ ਵੀ ਮੋਹ ਨਹੀਂ, ਪੁੱਤਰਾਂ ਨੂੰ ਲੈ ਕੇ ਸਾਰਾ ਸੰਸਾਰ ਧੀਆਂ ਪੁੱਤਰਾਂ ਨੂੰ ਲੈ ਕਰਕੇ ਜਿਉਂਦਾ ਹੈ। ਉਹਨਾਂ ਦੇ ਬਿਨਾਂ ਪਲ ਵੀ ਮਾਤਾ ਪਿਤਾ ਬਤੀਤ ਨਹੀਂ ਕਰਦਾ, ਧੀਆਂ ਪੁੱਤਰਾਂ ਦਾ ਵਿਛੋੜਾ ਨਹੀਂ ਚੱਲਦਾ, ਪਰ ਤੂੰ ਪਤਾ ਨਹੀਂ ਕੈਸਾ। हे ਨਾਨਕ ਤੇਰੇ ਮਨ ਦੇ ਅੰਦਰ ਸ਼੍ਰੀ ਚੰਦ ਦਾ ਲక్ష్ਮੀ ਦਾਸ ਦਾ ਰਤੀ ਭਰ ਵੀ ਮੋਹ ਨਹੀਂ। ਜੋ ਜਗ ਮਹਿ ਨਿਜ ਬਾਂਸ ਵਧਾਵਹੇ, ਉਹਨਾਂ ਨੇ ਹੀ ਤੇਰਾ ਪਰਿਵਾਰ ਵਧਾਉਣਾ ਹੈ, ਉਹਨਾਂ ਨੇ ਹੀ ਤੇਰੀ ਪੀੜ੍ਹੀ ਅੱਗੇ ਵਧਾਉਣੀ ਹੈ ਨਾਨਕ, ਜਿਨ੍ਹਾਂ ਨਾਲ ਤੂੰ ਆਸਰਾ ਛੱਡ ਕੇ ਭੱਜਿਆ ਹੈ। ਦੋਹਰਾ ਪੁੱਤਰਨ ਕੇਹਿਤ ਨਰ ਸਭੈ, ਜਿੰਨਾ ਵੀ ਸੰਸਾਰ ਹੈ, ਜਿੰਨੇ ਵੀ ਸੰਸਾਰ ਦੇ ਉੱਪਰ ਲੋਕ ਵਸਦੇ
ਵਸਦੇ ਨੇ ਇਹ ਪੁੱਤਰਾਂ ਦੇ ਪਿਆਰ ਵਾਸਤੇ। ਕਰਹਿ ਅਨਕ ਪਰਿਆਸ ਅਨੇਕਾਂ ਤਰੀਕਿਆਂ ਦੇ ਇਹ ਪ੍ਰਯਾਸ ਕਰਦੇ ਨੇ, ਅਨੇਕਾਂ ਤਰੀਕਿਆਂ ਦੇ ਇਹ ਉਦਮ ਉਪਰਾਲੇ ਕਰਦੇ ਨੇ ਕਿ ਧੀਆਂ ਪੁੱਤਰਾਂ ਦਾ ਜਿਹੜਾ ਪ੍ਰੇਮ ਹੈ, ਪਿਆਰ ਹੈ, ਉਹ ਪ੍ਰਾਪਤ ਹੋ ਸਕੇ, ਧੀ ਪੁੱਤਰ ਪ੍ਰਾਪਤ ਹੋ ਸਕਣ। ਪਰਮੇਸ਼ਰ ਨੇ ਤੇਰੇ ਘਰ ਵਿੱਚ ਇੱਕ ਨਹੀਂ ਦੋ ਦੋ ਪੁੱਤਰਾਂ ਦੀ ਬਖਸ਼ਿਸ਼ ਕੀਤੀ ਆ, ਪਰ ਤੈਨੂੰ ਰਤੀ ਪਰ ਕਦਰ ਨਹੀਂ। ਤਿਨ ਕੋ ਅਬਹਿ ਅਨਾਥ ਕਰ ਤੂੰ ਤਾਂ ਉਹਨਾਂ ਨੂੰ ਅਨਾਥ ਕਰ ਰਿਹਾ ਹੈ। ਜਿਹੜਾ ਸੰਸਾਰ ਹੈ ਧੀਆਂ ਪੁੱਤਰਾਂ ਤੋਂ ਬਿਨਾਂ ਅਨਾਥ ਹੁੰਦਾ ਹੈ ਤੇ ਦੁੱਖ ਭੋਗਦਾ ਹੈ, ਤੇ ਤੈਨੂੰ ਪਰਮੇਸ਼ਰ ਨੇ ਦੋ ਦੋ ਪੁੱਤਰ ਬਖਸ਼ਿਸ਼ ਕੀਤੇ ਨੇ, ਤੂੰ ਉਹਨਾਂ ਨੂੰ ਅਨਾਥ ਕਰ ਰਿਹਾ ਹੈ। ਸਾਧ ਬਨਾ ਦੁਖ ਰਾਸ ਤੇ ਤੂੰ ਸਾਧੂਆਂ ਵਾਲਾ ਲਿਬਾਸ ਪਾਇਆ ਹੈ, ਬੜਾ ਦੁੱਖ ਦੇਣ ਲੱਗਾ ਹੈ। ਜੋ ਪਈ ਦਰਬ ਫਕੀਰਨ ਸਰਬ ਲੁਟਾਇਆ ਤੇ ਜਿਹੜਾ ਧਨ ਸੀ ਉਹ ਸਾਰਾ ਹੀ ਫਕੀਰਾਂ ਵਿੱਚ ਲੋੜਵੰਦਾਂ ਵਿੱਚ ਲੁਟਾ ਦਿੱਤਾ ਹੈ। ਆਪ ਜੋ ਬਾਕੀ ਤਨਹਿ ਦਵਾਇਆ ਤੇ ਜਿਹੜਾ ਬਾਕੀ ਬਚੇ ਸਨ ਥੋੜੇ ਬਹੁਤੇ, ਉਹ ਤੂੰ ਲਿਆ ਕਰਕੇ ਬੱਚਿਆਂ ਵਿੱਚ ਵੰਡ ਦਿੱਤੇ ਨੇ, ਉਹ ਤੂੰ ਲਿਆ ਕਰਕੇ ਪਰਿਵਾਰ ਨੂੰ ਦੇ ਦਿੱਤੇ ਨੇ। ਅਹਿ ਸਾਤ ਸੈ ਸਾਠ ਜੋ ਬਾਕੀ ਜਿਹੜੇ 760 ਰੁਪਏ ਬਾਕੀ ਬਚੇ ਸਨ, ਦੇਹੋ ਭਾਰਜ ਸੌਦ ਲਿਤਾਗੀ ਉਹ ਤੂੰ ਆਪਣੀ ਪਤਨੀ ਨੂੰ ਦੇ ਦਿੰਦਾ। ਸਾਰੇ ਹੀ 760 ਰੁਪਏ ਮਾਤਾ ਸੁਲੱਖਣੀ ਨੂੰ ਦੇ ਦਿੰਦਾ, ਉਹਨਾਂ ਦਾ ਗੁਜ਼ਾਰਾ ਚੱਲਦਾ। ਮੂਲਾ ਕਹੈ ਰਿਤੇ ਮੈਂ ਜਾਣਤ ਭਾਈ ਮੂਲ ਚੰਦ ਕਹਿਣ ਲੱਗੇ, ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸਹੁਰੇ ਨੇ, ਕਹਿਣ ਲੱਗੇ ਮੈਂ ਆਪਣੇ ਹਿਰਦੇ ਅੰਦਰ ਵਿਚਾਰਾ ਕਰਦਾ ਹੁੰਦਾ ਸੀ, ਇਹ ਜਾਣਦਾ ਸੀ। ਪੂਰਵ ਕਰਮਨ ਤੇ ਅਨੁਮਾਨਤ ਮੈਂ ਇਹਦੀਆਂ ਪਹਿਲੀਆਂ ਕਰਮਾਂ ਤੋਂ, ਪਹਿਲੀਆਂ ਕੰਮਾਂ ਤੋਂ ਹੀ ਅੰਦਾਜ਼ਾ ਲਾਇਆ ਸੀ। ਇਹ ਹੋਵਹਿ ਇੱਕ ਦਿਓਸ ਫਕੀਰਾ ਤੇ ਇੱਕ ਦਿਨ ਇਹ ਜ਼ਰੂਰ ਸਾਧੂ ਬਣ ਜਾਵੇਗਾ, ਫਕੀਰ ਹੋ ਜਾਵੇਗਾ। ਵੀ ਤਸਬਿਤ ਕੀਏ ਵੇਖ ਸਰੀਰਾ ਤੇ ਜੋ ਜੋ ਮੈਂ ਮਨ ਦੇ ਅੰਦਰ ਸੋਚਿਆ ਸੀ, ਉਸੇ ਪ੍ਰਕਾਰ ਹੀ ਇਹ ਫਕੀਰ ਬਣਿਆ ਹੈ। ਸੁਨਹਿ ਜਰਾਮ ਨਾਨਕੀ ਬੈਨਾ ਤੇ ਕੋਲ ਬੈਠੇ ਭਾਈ ਜੈ ਰਾਮ ਅਤੇ ਬੇਬੇ ਨਾਨਕੀ ਜੀ ਵੀ ਉਹਨਾਂ ਦੇ ਕਠੋਰ ਬਚਨ ਸੁਣ ਰਹੇ ਨੇ। ਪੁਨ ਸ੍ਰੀ ਨਾਨਕ ਸਭ ਗੁਣ ਐਨਾ ਗੁਣਾਂ ਦੇ ਘਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਕੋਲ ਬਿਰਾਜੇ ਨੇ, ਉਹਨਾਂ ਦੀਆਂ ਸੁਣ ਰਹੇ ਨੇ। ਉੱਤਰ ਤਿਨ ਕੋ ਦੇ ਨ ਕੋ ਉਹਨਾਂ ਨੂੰ ਵੱਡੇ ਜਾਣ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਨੂੰ ਕੋਈ ਵੀ ਮੋੜ ਕੇ ਜਵਾਬ ਨਹੀਂ ਦਿੰਦੇ। ਕਰੀ ਮਸਤ ਵਡ ਜਾਣੇ ਸੋ ਉਹਨਾਂ ਨੂੰ ਵੱਡੇ ਜਾਣ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ, ਚੁੱਪ ਨੂੰ ਧਾਰਨ ਕਰਕੇ ਬੈਠੇ ਨੇ। ਦੋਹਰਾ ਦੌਲਤ ਖਾਨ ਨਰੇਸ਼ ਜੋ ਸੁਲਤਾਨਪੁਰ ਲੋਧੀ ਦਾ ਰਾਜਾ ਹੈ, ਨਰੇਸ਼ ਭਾਵ ਰਾਜਾ ਹੈ, ਦੌਲਤ ਖਾਨ। ਧਨ ਭੇਜ ਦਇਓ ਤਿਹ ਕਾਲ ਉਸਨੇ ਜੋ 760 ਰੁਪਏ ਉਹਦੇ ਕੋਲ ਸਨ, ਉਹਨਾਂ ਨੇ ਭੇਜ ਦਿੱਤੇ ਨੇ। ਅਸੀਂ ਅਦਕ ਪੁਨ ਤੀਨ ਸੈ 760 ਰੁਪਈਆਂ ਦੇ ਵਿੱਚੋਂ 380 ਰੁਪਏ ਬੇਬੇ ਨਾਨਕੀ ਜੀ ਦੇ ਘਰ ਘੱਲੇ ਨੇ। ਆਨੇ ਨਿਕਟ ਗੋਪਾਲ ਆਨੇ ਨਿਤ ਗੋਪਾਲ ਆ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕੋਲ ਉਹ ਮਾਇਆ ਭਾਈ ਜੈ ਰਾਮ ਨੂੰ ਫੜਾਈ ਹੈ। ਜੋ ਪਈ ਲੀਨ ਜਰਾਮ ਆਠ ਸੋ ਦਰਬਾ ਉਹ ਅੱਧੀ ਮਾਇਆ ਜੋ 760 ਰੁਪਈਆਂ ਦਾ ਅੱਧ ਕਰਕੇ 380 ਰੁਪਏ ਭਾਈ ਜੈ ਰਾਮ ਦੇ ਹੱਥ ਨੇ। ਜਾਏ ਸੁਲਖਣੀ ਢੈਕ ਗਏ ਸਰਬਾ ਤੇ ਜਾ ਕਰਕੇ 380 ਰੁਪਏ ਮਾਤਾ ਸੁਲੱਖਣੀ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਹੁਣਾਂ ਨੂੰ ਦੇਣੇ ਕੀਤੇ ਨੇ। ਆਰਤ ਰਹੇ ਸੋ ਖਾਨ ਨਿਰਪਾਲਾ ਤੇ ਅੱਧੇ ਪੈਸੇ ਨੇ ਜੋ ਨਵਾਬ ਦੌਲਤ ਖਾਨ ਨੇ ਆਪਣੇ ਕੋਲ ਰੱਖੇ ਨੇ, ਜੋ ਫਕੀਰਾਂ ਵਿੱਚ ਲੋੜਵੰਦਾਂ ਵਿੱਚ ਵੰਡ ਦਿੱਤੇ ਨੇ। ਗਏ ਫਕੀਰਨ ਜਹਾਂ ਵਿਸਾਲਾ ਜਿੱਥੇ ਬਹੁਤੇ ਫਕੀਰ ਲੋਕ ਬੈਠੇ ਸਨ, ਨਵਾਬ ਦੌਲਤ ਖਾਨ ਨੇ ਬਾਕੀ ਮਾਇਆ ਉੱਥੇ ਵੰਡੀ ਹੈ। ਸੋ ਬਾਸੁਰ ਕਹਿ ਪੀਤਿਓ ਸਗਰਾ ਇਸ ਪ੍ਰਕਾਰ ਸਾਰਾ ਦਿਨ ਬਤੀਤ ਹੋਇਆ ਹੈ। ਸਾਸ ਸਸੁਰ ਕੋ ਕਰਤੇ ਝਗੜਾ ਸਾਰਾ ਦਿਨ ਸੱਸ ਅਤੇ ਸਹੁਰੇ ਨੇ ਗੁਰੂ ਨਾਨਕ ਦੇਵ ਜੀਆਂ ਦੇ ਪਰਿਵਾਰ ਬੇਬੇ ਨਾਨਕੀ ਜੀ ਦੇ ਨਾਲ ਗੁਰੂ ਨਾਨਕ ਦੇਵ
ਕੀਤਾ ਹੈ। ਰਜਨੀ ਭਈ ਆਨ ਕਰ ਜਪੀ ਜਿਸ ਸਮੇਂ ਸੂਰਜ ਦਾ ਛਪਾਅ ਹੋਇਆ ਹੈ, ਰਾਤ ਦਾ ਹਨੇਰਾ ਪਸਰਿਆ ਹੈ। ਭੋਜਨ ਕਾਰ ਪੌਡੇ ਕਰ ਸਭੀ ਸਾਰੇ ਪਰਿਵਾਰ ਨੇ ਭੋਜਨ ਛਕਿਆ ਹੈ ਅਤੇ ਪਲੰਘਾਂ ਉੱਪਰ ਮੰਜਿਆਂ ਉੱਪਰ ਬਿਰਾਜ ਗਏ ਨੇ। ਅਰਨੌਦਤ ਉਠ ਆਰਤ ਹਾਰੀ ਜਿਸ ਸਮੇਂ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀਆਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ, ਅੰਮ੍ਰਿਤ ਵੇਲੇ ਉੱਠੇ ਨੇ। ਗਗਨੇ ਜਹੇ ਸਰਤਾ ਬਰਬਾਰੀ ਤੇ ਜਿਸ ਤਰਫ ਜਿਸ ਰਸਤੇ ਵੱਲ ਵੇਈ ਨਦੀ ਦਾ ਵਹਾਅ ਹੈ, ਨਦੀ ਵਗ ਰਹੀ ਹੈ, ਮਹਾਰਾਜ ਅੰਮ੍ਰਿਤ ਵੇਲੇ ਉਸੇ ਰਸਤੇ ਚੱਲੇ ਨੇ। ਕਰ ਦਾਤਨ ਮੁਖ ਜਲ ਜਪਖਾਰਾ ਨਦੀ ਦੇ ਕਿਨਾਰੇ ਜਾ ਕੇ ਕਰੋੜੀਆਂ ਕੀਤੀਆਂ ਨੇ, ਦਾਤਨ ਕੀਤੀ ਹੈ। ਗੁਣ ਮੰਜਨ ਕੀਏ ਵੇ ਮਝਾਰਾ ਫਿਰ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕੀਤਾ ਹੈ, ਅੰਦਰ ਜਾ ਕੇ ਸਤਿਗੁਰਾਂ ਨੇ ਇਸ਼ਨਾਨ ਪਾਣ ਸਾਧਿਆ ਹੈ। ਪਹਿਰ ਨਿਕਸ ਕਰ ਪੋਛ ਸਰੀਰਾ ਤੇ ਨਦੀ ਤੋਂ ਬਾਹਰ ਆਏ ਨੇ, ਆਪਣਾ ਸਰੀਰ ਇੱਕ ਸੁੱਕੇ ਕੱਪੜੇ ਨਾਲ ਪੂੰਝਣਾ ਕੀਤਾ ਹੈ। ਪੀਨ ਕਪੀਨ ਹੈ ਗੁਣੀ ਗਹੀਰਾ ਤੇ ਜੋ ਗਿੱਲੇ ਵਸਤਰ ਨੇ ਉਹ ਬਦਲ ਲਏ ਨੇ, ਨਵੇਂ ਸੁੱਕੇ ਵਸਤਰ ਪਾਏ ਨੇ। ਤੇ ਅਸਥਿਤ ਜਹੇਰੇ ਅਰੋਰਾ ਤੇ ਮਹਾਰਾਜ ਵੇਈ ਨਦੀ ਦੇ ਕਿਨਾਰੇ ਤੇ ਟਹਿਲਣ ਲੱਗੇ ਨੇ, ਪਰਮੇਸ਼ਰ ਦੀ ਯਾਦ ਦੇ ਵਿੱਚ ਆਏ ਨੇ, ਆਪਣੀ ਭਗਤੀ ਵਿੱਚ ਲੀਨ ਹੋਏ ਨੇ। ਤੇ ਵੇਈ ਨਦੀ ਦੇ ਕੋਲੇ ਕੋਲੇ ਟਹਿਲ ਰਹੇ ਨੇ, ਪਰ ਵੇਈ ਨਦੀ ਦੇ ਨਜ਼ਦੀਕ ਇੱਕ ਛੋਟਾ ਜਿਹਾ ਪੁਲ ਹੈ। ਭਾਵੇਂ ਕਿ ਅੱਜ ਪੁਲ ਨਵੇਂ ਬਣ ਗਏ ਨੇ, ਪਰ ਉਹ ਪੁਰਾਣਾ ਪੁਲ ਵੀ ਗੁਰੂ ਨਾਨਕ ਦੇਵ ਜੀਆਂ ਦੇ ਸਮੇਂ ਦਾ ਅੱਜ ਹੈ ਨਹੀਂ, ਪਰ ਉਹਦੀਆਂ ਕੁਝ ਕੁ ਨਿਸ਼ਾਨੀਆਂ ਉੱਥੇ ਨੇ। ਉਸ ਪੁਲ ਦੇ ਉੱਪਰ ਥੋੜਾ ਥੋੜਾ ਰੌਲਾ ਪੈ ਰਿਹਾ ਹੈ, ਗੁਰੂ ਨਾਨਕ ਦੇਵ ਜੀਆਂ ਨੂੰ ਸੁਣ ਰਿਹਾ ਹੈ। ਤੋ ਜਗਾਤੀ ਖੱਤਰੀ ਠੌਰਾ ਉੱਥੇ ਹੁਕੋ ਜਗਾਤੀ ਖੱਤਰੀ ਠੌਰਾ ਉਸ ਪੁਲ ਦੇ ਉੱਪਰ ਜਿਵੇਂ ਅੱਜ ਟੂਲ ਟੈਕਸ ਲੱਗੇ ਹੋਏ ਨੇ, ਲੰਘਦੀਆਂ ਗੱਡੀਆਂ ਕਾਰਾਂ ਤੋਂ ਪੈਸੇ ਵਸੂਲੇ ਜਾਂਦੇ ਨੇ, ਉਸ ਸਮੇਂ ਵੀ ਮੁਸਲਮਾਨਾਂ ਦਾ ਨਵਾਬ ਦੌਲਤ ਖਾਨ ਦਾ ਉੱਥੇ ਇੱਕ ਮੁਸਲਮਾਨ ਇੱਕ ਖੱਤਰੀ ਬਹਾਇਆ ਹੋਇਆ ਸੀ, ਜੋ ਮੁਸਲਮਾਨਾਂ ਦੀ ਨੌਕਰੀ ਕਰਦਾ ਸੀ। ਆਉਂਦੇ ਜਾਂਦੇ ਲੋਕਾਂ ਤੋਂ ਮਾਇਆ ਵਸੂਲਦਾ ਸੀ। ਇੱਕ ਦਵੇਜ ਧੀਨ ਆਣ ਤੋ ਰੋਗਾ ਉਸ ਪੁਲ ਦੇ ਉੱਪਰ ਗੁਰੂ ਨਾਨਕ ਦੇਵ ਜੀਆਂ ਨੇ ਕੀ ਤੱਕਿਆ ਹੈ ਕਿ ਇੱਕ ਦਵਿਜ ਇੱਕ ਪੰਡਤ ਇੱਕ ਗਊ ਨੂੰ ਲੈ ਕਰਕੇ ਗਾਂ ਨੂੰ ਲੈ ਕਰਕੇ ਆ ਰਿਹਾ ਸੀ, ਤੇ ਜੋ ਪੈਸੇ ਵਸੂਲਣ ਵਾਲਾ ਉਹ ਖੱਤਰੀ ਹੈ ਉਸ ਨੂੰ ਰੁਕ ਕੇ ਖੜਾ ਸੀ। ਦਇਓ ਜਗਾਤ ਆਣ ਤੋ ਸੋਗਾ ਕਹਿਣ ਲੱਗਾ ਹੈ ਪੰਡਤ ਜੀ, ਬਣਦੀ ਹੋਈ ਮਾਇਆ ਜੋ ਚੁੰਗੀ ਆਪ ਜੀਆਂ ਨੂੰ ਲੱਗੇਗੀ, ਬਣਦੀ ਹੋਈ ਮਾਇਆ ਦੇਣੀ ਕਰੋ, ਫਿਰ ਆਪ ਜੀ ਪੁਲ ਪਾਰ ਕਰ ਸਕਦੇ ਹੋ। ਜਾਂਚੇ ਕਿਤਕ ਨਹੀਂ ਤਹ ਪਾਸੀ ਜਾਂਚੇ ਕਿਤਕ ਨਹੀਂ ਤਹ ਪਾਸੀ, ਪਰ ਉਸ ਪੰਡਤ ਦੇ ਕੋਲ ਕੋਈ ਮਾਇਆ ਨਹੀਂ ਸੀ। ਉਸ ਪੰਡਤ ਦੀਆਂ ਜੇਬਾਂ ਖਾਲੀ ਸਨ, ਹੱਥਾਂ ਦੇ ਵਿੱਚ ਗਊ ਦਾ ਰਸਾ ਫੜਿਆ ਹੋਇਆ ਹੈ। ਦਵੇਜੇ ਕੀ ਦਸ਼ਾ ਦੇਖ ਅਬਨਾਸੀ ਪਰ ਉਸ ਪੰਡਤ ਦੀ ਹਾਲਤ ਵੇਖ ਕਰਕੇ ਜੋ ਟੂਲ ਟੈਕਸ ਵਾਲਾ ਖੱਤਰੀ ਹੈ, ਕਹਿਣ ਲੱਗਾ ਗਊ ਇੱਥੇ ਬੰਨ ਜਾ, ਨਗਰ ਦੇ ਵਿੱਚ ਜਾ ਤੇ ਪੈਸੇ ਲੈ ਕੇ ਆ। ਜਦੋਂ ਪੈਸੇ ਲੈ ਕੇ ਆ ਜਾਵੇਗਾ ਉਦੋਂ ਆਪਣੀ ਗਾਂ ਲੈ ਜਾਵੇਂ। ਚੌਂਕਾ ਧੋਤੀ ਟਿੱਕਾ ਮਾਲਾ ਤੇ ਉਸ ਖੱਤਰੀ ਦੇ ਕਹਿੰਦੇ ਗਊ ਨੇ ਉਸ ਪੁਲ ਦੇ ਉੱਪਰ ਗਊ ਬੰਨ ਲਈ ਹੈ, ਤੇ ਗਊ ਨੇ ਕੁਝ ਕੁ ਸਮੇਂ ਬਾਅਦ ਗੋਹਾ ਕੀਤਾ ਹੈ। ਉਸ ਨੇ ਚੱਕ ਕਰਕੇ ਗੋਹਾ ਆਪਣੇ ਚੌਂਕੇ ਦੇ ਉੱਪਰ ਮਲਿਆ ਹੈ, ਕਿਉਂਕਿ ਜਿਹੜੇ ਪੰਡਤ ਖੱਤਰੀ ਲੋਕ ਨੇ ਇਹ ਜਦੋਂ ਤੱਕ ਗੋਹਾ ਨਹੀਂ ਫੇਰਦੇ ਆਪਣੀਆਂ ਚੁੱਲ੍ਹਿਆਂ ਦੇ ਉੱਪਰ, ਉਦੋਂ ਤੱਕ ਇਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਚੌਂਕਾ ਹੈ ਉਹ ਪਵਿੱਤਰ ਨਹੀਂ ਹੋਇਆ। ਗਊ ਦਾ ਮੂਤਰ ਗਊ ਦਾ ਗੋਹਾ ਇਹਨਾਂ ਧਰਮਾਂ ਅੰਦਰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਚੌਂਕਾ ਧੋਤੀ ਟਿੱਕਾ ਵਾਲਾ ਮਹਾਰਾਜ ਜੀਆਂ ਨੇ ਵੇਖਿਆ ਹੈ ਕਿ ਗੋਹਾ ਚੱਕ ਕਰਕੇ ਚੌਂਕੇ ਵਿੱਚ ਫੇਰ ਰਿਹਾ ਹੈ, ਤੇ ਮੱਥੇ ਉੱਪਰ ਟਿੱਕਾ ਵੀ ਲਾਇਆ ਹੈ, ਹੱਥ ਵਿੱਚ ਮਾਲਾ ਵੀ ਹੈ, ਤੇ ਧੋਤੀ ਵੀ ਬੰਨੀ ਹੈ। ਭਲੇ ਬਨਾਓ ਲਖਿਓ ਕਿਰਪਾਲਾ ਤੇ ਬੜਾ ਸੁੰਦਰ ਭੇਸ ਬਣਾਇਆ ਹੋਇਆ ਹੈ, ਸਾਧੂਆਂ ਵਾਲਾ ਫਕੀਰਾਂ ਵਾਲਾ। ਬਿਰਪ ਗਊ ਕੀ ਮੋਚਨ ਰੋਗਾ ਤੇ ਪਰ ਉਸ ਨੇ ਉਸ ਪੰਡਤ ਦੀ ਜੋ ਗਊ ਹੈ ਉਹ ਰੋਕੀ ਹੋਈ ਹੈ। ਤਿਸ ਪਰ ਸ੍ਰੀ ਗੁਰ ਕਹਿਓ ਸਲੋਕਾ ਉਹਦੇ ਕੋਲ ਜਾ ਕਰਕੇ ਮਹਾਰਾਜ ਉਹਨੂੰ ਸਿੱਖਿਆ ਦਿੰਦੇ ਹੋਏ ਇਸ ਪ੍ਰਕਾਰ ਬਚਨ ਆਸਾ ਦੀ ਵਾਰ ਅੰਦਰ ਉਚਾਰਨ ਕੀਤਾ ਹੈ। ਸਲੋਕ ਮਹੱਲਾ ਪਹਿਲਾ ਪਹਿਲੇ
ਗਊ ਦੀ ਬ੍ਰਾਹਮਣ ਨੂੰ ਪੈਸੇ ਲਾ ਰਹੇ ਹੋ, ਉਹਦੇ ਕੋਲੋਂ ਪੈਸੇ ਵਸੂਲ ਰਹੇ ਹੋ। ਗੋਬਰ ਤਰਨ ਨਾ ਜਾਈ, ਜਿਸ ਗਊ ਨੂੰ ਤੁਸੀਂ ਟੈਕਸ ਲਾ ਰਹੇ ਹੋ, ਉਸੇ ਹੀ ਗਊ ਦਾ ਗੋਹਾ ਚੱਕ ਕਰਕੇ ਤੁਸੀਂ ਆਪਣੇ ਚੌਂਕੇ ਤੇ ਮਲਿਆ ਏ ਤੇ ਇਸ ਨੂੰ ਪਵਿੱਤਰ ਸਮਝਦੇ ਹੋ। ਜਿਸ ਗਊ ਤੋਂ ਪੈਸੇ ਵਸੂਲ ਰਹੇ ਹੋ, ਉਸੇ ਹੀ ਗਊ ਦੇ ਗੋਹੇ ਨੂੰ ਤੁਸੀਂ ਪਵਿੱਤਰ ਮੰਨ ਰਹੇ ਹੋ। ਪਰ ਇਹ ਤੁਸੀਂ ਗੋਹਾ ਫੇਰਨ ਦੇ ਨਾਲ ਸੰਸਾਰ ਸਮੁੰਦਰ ਨਹੀਂ ਕਰ ਸਕਦੇ। ਧੋਤੀ ਟਿੱਕਾ ਤੈਜ ਪਮਾਲੀ, ਮਹਾਰਾਜ ਕਹਿਣ ਲੱਗੇ, ਇਹ ਖੱਤਰੀ ਤੇਰੇ ਧੋਤੀ ਬੰਨੀ ਹੋਈ ਆ, ਮੱਥੇ ਤੇ ਟਿੱਕਾ ਹੈ, ਹੱਥਾਂ ਵਿੱਚ ਮਾਲਾ ਹੈ। ਧਾਨ ਮਲੇਛਾਂ ਖਾਈ, ਆ ਜਿਹੜਾ ਧਨ ਹੈ ਨਾ, ਉਹ ਤੂੰ ਮੁਸਲਮਾਨਾਂ ਦੇ ਕਾਹੇ ਅਨੁਸਾਰ ਖਾ ਰਿਹਾ ਹੈ। ਤੂੰ ਮੁਸਲਮਾਨਾਂ ਦੀ ਨੌਕਰੀ ਕਰ ਰਿਹਾ ਹੈ, ਉਹਨਾਂ ਦੇ ਕਹੇ ਅਨੁਸਾਰ ਗਰੀਬ ਲੋਕਾਂ ਤੋਂ ਧਨ ਖਾ ਰਿਹਾ ਹੈ। ਅੰਦਰ ਪੂਜਾ ਪੜ੍ਹੇ ਕਤੇਬਾ, ਤੇ ਅੰਦਰਲੇ ਪਾਸੇ ਲੁਕ ਲੁਕ ਕੇ ਜਾ ਕੇ ਤੂੰ ਠਾਕੁਰਾਂ ਦੀ ਪੂਜਾ, ਦੇਵੀ ਦੇਵਤਿਆਂ ਦੀ ਪੂਜਾ ਕਰ ਰਿਹਾ ਹੈ। ਸੰਜਮ ਤੁਰਕਾ ਭਾਈ, ਤੇ ਬਾਹਰ ਬੈਠ ਕਰਕੇ ਮੁਸਲਮਾਨਾਂ ਨੂੰ ਖੁਸ਼ ਕਰਨ ਵਾਸਤੇ ਅੰਤਰ ਪੂਜਾ ਪੜ੍ਹੇ ਕਤੇਬਾ, ਅੰਦਰਲੇ ਪਾਸੇ ਤੂੰ ਠਾਕੁਰਾਂ ਦੀ, ਦੇਵੀ ਦੇਵਤਿਆਂ ਦੀ ਪੂਜਾ ਕਰਦਾ ਤੇ ਬਾਹਰ ਬੈਠ ਕਰਕੇ ਮੁਸਲਮਾਨਾਂ ਦੀਆਂ ਪੁਰਾਣਾ ਕਤੇਬਾ ਪੜ੍ਹ ਰਿਹਾ। ਭਾਵ ਅੰਦਰਲੇ ਪਾਸੇ ਤੂੰ ਆਪਣੇ ਪਰਮੇਸ਼ਰਾਂ ਨੂੰ ਧਿਆ ਰਿਹਾ ਹੈ ਤੇ ਬਾਹਰਲੇ ਪਾਸੇ ਦਿਖਾਵਾ ਕਰਨ ਵਾਸਤੇ ਮੁਸਲਮਾਨਾਂ ਦੀਆਂ ਤੂੰ ਕਤੇਬਾ ਪੜ੍ਹ ਰਿਹਾ ਹੈ ਕਿ ਮੈਂ ਵੇਖੋ ਮੁਸਲਮਾਨ ਤਾਂ ਨਹੀਂ, ਪਰ ਫਿਰ ਵੀ ਮੈਂ ਕਤੇਬਾ ਨਿਵਾਜਾ ਪੜ੍ਹਦਾ ਹਾਂ। ਸੰਜਮ ਤੁਰਕਾ ਭਾਈ, ਮਹਾਰਾਜ ਕਹਿਣ ਲੱਗੇ, ਤੇਰਾ ਜੋ ਸਾਰਾ ਸੰਜਮ ਹੈ, ਲਿਬਾਸ ਹੈ, ਸਾਰਾ ਕੁਝ ਹੈ, ਇਹ ਤਾਂ ਤੁਰਕਾਂ ਵਾਲਾ ਹੈ। ਸਾਰੀ ਸੋਚ ਤੇਰੀ ਤੁਰਕਾਂ ਵਾਲੀ ਹੈ। ਛੋਟੀ ਲੇਪਾ ਖੰਡਾ, ਮਹਾਰਾਜ ਕਹਿਣ ਲੱਗੇ, ਹੈ ਖੱਤਰੀ, ਇਹ ਪਖੰਡ ਛੱਡ ਦੇ। ਜੇ ਤੂੰ ਪੰਡਤਾਂ ਦੇ ਧਰਮ ਨਾਲ ਸੰਬੰਧ, ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ ਤੇ ਪੂਰਨ ਹਿੰਦੂ ਬਣ ਜਾ। ਜੇ ਤੈਨੂੰ ਇਸਲਾਮ ਧਰਮ ਚੰਗਾ ਲੱਗਦਾ ਹੈ ਤੇ ਪੂਰਾ ਮੁਸਲਮਾਨ ਬਣ ਜਾ। ਇਹ ਨਾ ਅੰਦਰ ਵੜ ਕੇ ਠਾਕੁਰਾਂ ਦੀ ਪੂਜਾ ਕਰਦੇ, ਬਾਹਰ ਆ ਕੇ ਕੁਰਾਨਾਂ ਕਤੇਬਾਂ ਨਿਵਾਜਾਂ ਪੜ੍ਹ। ਇਸ ਪ੍ਰਕਾਰ ਨਾ ਕਰ, ਛੋਟੀ ਲੇਪਾ ਖੰਡ। ਮਹਾਰਾਜ ਕਹਿੰਦੇ ਪਖੰਡ ਨੂੰ ਛੱਡ ਦੇ। ਨਾਮ ਲਏ ਜਾਹੇ ਤਰੰਦਾ, ਤੂੰ ਇੱਕੋ ਪਰਮੇਸ਼ਰ ਦਾ ਨਾਮ ਜਾਪ, ਭਾਵੇਂ ਹਿੰਦੂ ਧਰਮ ਵਿੱਚ ਰਹਿ ਕੇ ਜਾਪ, ਭਾਵੇਂ ਮੁਸਲਮਾਨ ਧਰਮ ਵਿੱਚ ਰਹਿ ਕੇ ਜਾਪ। ਕਹਿੰਦੇ ਨਾਮ ਲਿਆ ਜਾਹੇ ਤਰੰਦਾ, ਨਾਮ ਨੂੰ ਲੈ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ। ਮਹੱਲਾ ਪਹਿਲਾ, ਮਾਨਸ ਖਾਣੇ ਕਰਹਿ ਨਿਵਾਜ। ਮਹਾਰਾਜ ਕਹਿੰਦੇ ਮਾਨਸ ਖਾਣੇ ਕਰਹਿ ਨਿਵਾਜ, ਕਿ ਤੂੰ ਪੂਰੇ ਦੇ ਪੂਰੇ ਮਨੁੱਖਾਂ ਨੂੰ ਖਾ ਰਿਹਾ ਹੈ। ਜਦੋਂ ਤੂੰ ਵੱਡੀ ਲੈ ਰਿਹਾ ਹੈ ਨਾ, ਕਿਸੇ ਤੋਂ ਧਨ ਧੋਖੇ ਨਾਲ ਲੈ ਰਿਹਾ ਹੈ, ਕਿਸੇ ਨੂੰ ਇੱਥੋਂ ਲੰਘਣ ਦੀ ਬਾਬਤ ਚੁੰਗੀਆਂ ਲਾ ਰਿਹਾ ਹੈ, ਤੂੰ ਇਹ ਨਾ ਸੋਚ ਕੇ ਮੈਂ ਮਾਸ ਨਹੀਂ ਖਾਂਦਾ, ਤੂੰ ਤਾਂ ਪੂਰੇ ਦਾ ਪੂਰਾ ਮਨੁੱਖ ਖਾ ਰਿਹਾ ਹੈ, ਬੰਦਾ ਖਾ ਰਿਹਾ ਹੈ। ਮਾਨਸ ਖਾਣੇ ਕਰਹਿ ਨਿਵਾਜ, ਤੇ ਫਿਰ ਨਿਵਾਜਾਂ ਪੜਦਾ ਹੈ। ਛੁਰੀ ਬਕਾਇਨ ਤਿਨਕਲ ਤਾਗ, ਤੇਰੇ ਗਲ ਦੇ ਅੰਦਰ ਜਨੇਊ ਪਹਿਨਿਆ ਹੋਇਆ ਹੈ, ਧਾਗਾ ਪਹਿਨਿਆ ਹੋਇਆ ਹੈ, ਇੱਕ ਧਾਗਾ ਪਹਿਨਿਆ ਜਿਹਨੂੰ ਜਨੇਊ ਕਹਿੰਦੇ ਨੇ, ਪਰ ਛੁਰੀ ਵਗਾਇਆ, ਹੱਥਾਂ ਦੇ ਨਾਲ ਛੁਰੀਆਂ ਵਗਾ ਰਿਹਾ ਹੈ, ਧਨ ਕਮਾ ਰਿਹਾ ਹੈ। ਤਿਨਕਰ ਬ੍ਰਾਹਮਣ ਪੂਰੇ ਨਾਦ, ਫਿਰ ਉਸੇ ਸਮੇਂ ਬ੍ਰਾਹਮਣ ਵੀ ਆ ਗਿਆ ਹੈ, ਜਿਸ ਦੀ ਗਊ ਹੈ, ਉਹਦੇ ਕੋਲੇ ਮਾਇਆ ਪ੍ਰਾਪਤ ਨਹੀਂ ਹੋਈ, ਮਾਇਆ ਘੱਟ ਹੈ। ਤੇ ਮਹਾਰਾਜ ਉਹਨੂੰ ਉਪਦੇਸ਼ ਦਿੰਦੇ ਕਹਿ ਰਹੇ ਨੇ, ਤਿੰਨ ਘਰ ਬ੍ਰਾਹਮਣ ਪੂਰਹਿ ਕਾ ਨਾਦ। ਤੁਸੀਂ ਵੀ ਖੱਤਰੀਆਂ ਦੇ ਘਰ ਘਰ ਜਾ ਕੇ ਬਹੁਤੇ ਨਾਦ ਪੂਰਦੇ ਹੋ, ਬਹੁਤੇ ਸੰਖ ਪੂਰਦੇ ਹੋ। ਉਹਨਾਂ ਤੇ ਆਵਹਿ ਕੋਈ ਸਾਧ, ਜਿਹੜੇ ਖੱਤਰੀ ਮੁਸਲਮਾਨਾਂ ਤੋਂ ਮਾਇਆ ਕਮਾਉਂਦੇ ਨੇ, ਧੋਖੇ ਦੀ ਮਾਇਆ ਕਮਾਉਂਦੇ ਨੇ, ਉਹੀ ਮਾਇਆ ਅੱਗੇ ਪੰਡਤ ਜੀ ਤੁਹਾਨੂੰ ਇਹ ਦਾਨ ਦੇ ਵਿੱਚ ਦਿੰਦੇ ਨੇ। ਤੁਹਾਨੂੰ ਵੀ ਉਹ ਮੁਸਲਮਾਨਾਂ ਵਾਲਾ ਸਵਾਦ ਆ ਰਿਹਾ ਹੈ। ਕੂੜੀ ਰਾਸ ਕੂੜਾ ਵਪਾਰ, ਮਹਾਰਾਜ ਕਹਿੰਦੇ ਸਾਰੀ ਪ੍ਰਜਾ, ਸਾਰੇ ਰਾਜੇ, ਸਾਰੀ ਦੁਨੀਆ ਹੀ ਝੂਠ ਹੈ, ਕੂੜ ਹੈ, ਤੇ ਕੂੜ ਹੀ ਇਹਨਾਂ ਦਾ ਵਪਾਰ ਹੈ। ਜੋ ਧਨ ਕਮਾਉਣ ਦੇ ਸਾਧਨ ਨੇ ਉਹ ਵੀ ਸਾਰੇ ਝੂਠੇ ਨੇ। ਕੂੜ ਬੋਲ ਕਰਹਿ ਆਹਾਰ, ਤੇ ਸਾਰਾ ਦਿਨ ਝੂਠ ਬੋਲਦੇ ਨੇ, ਕੂੜ ਬੋਲਦੇ ਨੇ, ਕੂੜ ਬੋਲਦੇ ਨੇ ਤੇ ਕੂੜ ਹੀ ਖਾਂਦੇ ਨੇ। ਜਦੋਂ ਕੂੜ ਕਮਾਵੇਗਾ, ਕੂੜ ਕਮਾਈ ਹੋਵੇਗੀ, ਝੂਠ ਕਮਾਈ ਹੋਵੇਗੀ, ਉਸ ਝੂਠ ਦੇ ਵਿੱਚੋਂ ਖਰੀਦਿਆ ਹੋਇਆ ਅਨਾਜ ਵੀ ਝੂਠਾ ਹੀ ਹੋਵੇਗਾ। ਝੂਠ ਬੋਲਦੇ ਨੇ, ਝੂਠ ਬੋਲ ਕੇ ਕਮਾਉਂਦੇ ਨੇ, ਤੇ ਕਰਹਿ ਆਹਾਰ, ਤੇ ਝੂਠ ਬੋਲ ਕੇ ਹੀ ਖਾਂਦੇ ਨੇ। ਸਰਮ ਧਰਮ ਕਾ
ਉੱਪਰ ਆਪਣੇ ਜੀਵਨ ਵਿੱਚ ਲਾਗੂ ਕਰਨੇ ਇਹ ਇੱਕ ਵੱਡੀ ਗੱਲ। ਸਰਬ ਧਰਮ ਕਾ ਡੇਰਾ ਦੂਰ, ਐਸਾ ਵਰਤਾਰਾ ਕਲਯੁਗ ਦਾ ਵਰਤ ਰਿਹਾ ਹੈ। ਸ਼ਰਮ ਅਤੇ ਧਰਮ ਦਾ ਡੇਰਾ ਬੜਾ ਦੂਰ ਰਹਿ ਚੁੱਕਾ ਹੈ। ਨਾਨਕ ਕੂੜ ਰਹਿਆ ਭਰਪੂਰ। ਮਹਾਰਾਜ ਕਹਿਣ ਲੱਗੇ ਨਾਨਕ ਕੂੜ ਰਹਿਆ ਭਰਪੂਰ, ਸੰਸਾਰ ਦੇ ਵਿੱਚ ਚਾਰੇ ਪਾਸੇ ਕੂੜ ਦਾ ਝੂਠ ਦਾ ਪਸਾਰਾ ਹੈ। ਮੱਥਾ ਟਿੱਕਾ ਤੇੜ ਧੋਤੀ ਕਖਾਈ। ਮਹਾਰਾਜ ਕਹਿੰਦੇ ਮੱਥੇ ਦੇ ਉੱਪਰ ਟਿੱਕਾ ਲਾ ਲੈਂਦੇ ਨੇ, ਤੇੜ ਧੋਤੀ ਬੰਨ ਲੈਂਦੇ ਨੇ ਭਗਵੇਂ ਰੰਗ ਦੀ। ਹੱਥ ਛੁਰੀ ਜਗਤ ਕਸਾਈ। ਕਹਿੰਦੇ ਫਿਰ ਸੰਸਾਰ ਦੇ ਵਿੱਚ ਕਸਾਈਆਂ ਵਾਂਗੂ ਫਿਰਦੇ ਨੇ, ਜਿਵੇਂ ਕਸਾਈ ਬੱਕਰਿਆਂ ਨੂੰ ਕੋਹਦੇ ਨੇ ਨਾ ਮੁਰਗਿਆਂ ਨੂੰ ਕੋਹਦੇ ਨੇ। ਕਹਿੰਦੇ ਇਸੇ ਪ੍ਰਕਾਰ ਹੱਥਾਂ ਦੇ ਵਿੱਚ ਧਰਮ ਦੀ ਛੁਰੀ ਲੈ ਕਰਕੇ ਸੰਸਾਰ ਦੇ ਲੋਕਾਂ ਨੂੰ ਕਸਾਈਆਂ ਵਾਂਗ ਵੱਢਦੇ ਨੇ। ਨੀਲ ਵਸਤਰ ਪਹਿਰ ਬੋਵਹਿ ਪ੍ਰਵਾਨ। ਕਹਿੰਦੇ ਮੁਸਲਮਾਨ ਵੀ ਘੱਟ ਨੇ, ਉਹ ਵੀ ਨੀਲੇ ਵਸਤਰ ਪਹਿਨ ਲੈਂਦੇ ਨੇ। ਮਲੇਛ ਧਾਨ ਲੈ ਪੂਜੇ ਪ੍ਰਾਨ। ਕਹਿੰਦੇ ਮਲੇਸ਼ਾਂ ਦਾ ਧਨ ਲੈ ਕਰਕੇ ਫਿਰ ਪੁਰਾਣਾ ਦੀ ਪੂਜਾ ਕਰਦੇ ਨੇ। ਪਾਖਿਆ ਕਾ ਪੁੱਠਾ ਬੱਕਰਾ ਖਾਣਾ। ਕਹਿੰਦੇ ਜੋ ਕੁਰਾਨਾਂ ਦੇ ਵਿੱਚ ਆਇਤਾਂ ਦੱਸੀਆਂ ਨੇ, ਜੋ ਵੀ ਇਹ ਮੰਤਰ ਪੜ੍ਹਦੇ ਨੇ ਬੱਕਰਿਆਂ ਨੂੰ ਕਹੁੰਦੇ ਨੇ। ਇਸਲਾਮ ਧਰਮ ਦੇ ਅੰਦਰ ਜਦੋਂ ਬੱਕਰੇ ਦੀ ਬਲੀ ਲਈ ਜਾਂਦੀ ਹੈ, 2.5 ਛੁਰੀਆਂ ਉਹਦੇ ਗਲ ਤੇ ਚਲਾਈਆਂ ਜਾਂਦੀਆਂ, 2 ਪੂਰੀਆਂ ਚਲਾਈਆਂ ਜਾਂਦੀਆਂ ਨੇ, 1 ਅੱਧੀ ਚਲਾਈ ਜਾਂਦੀ ਹੈ। ਇਸ ਪ੍ਰਕਾਰ ਬੱਕਰੇ ਨੂੰ ਕੋਹ ਕੇ ਵੱਢਿਆ ਜਾਂਦਾ ਹੈ। ਨਿਹੰਗ ਸਿੰਘਾਂ ਦੇ ਅੰਦਰ ਐਸਾ ਹੈ, ਇੱਕੋ ਵਾਰ ਚਟੰਗਾ ਖੇਡਦੇ ਨੇ, ਇੱਕੋ ਵਾਰ ਦੇ ਅੰਦਰ ਧੌਣ ਲਾਉਂਦੇ ਨੇ। ਜੇਕਰ ਧੌਣ ਲੈ ਜਾਵੇ ਫਿਰ ਪ੍ਰਵਾਨ ਕਰਦੇ ਨੇ, ਜੇਕਰ ਬੱਕਰਾ ਜਿਉਂਦਾ ਰਹਿ ਜਾਵੇ, ਧੌਣ ਨਾ ਵੱਢੀ ਜਾਵੇ, ਵਾਰ ਖਾਲੀ ਹੋਵੇ, ਫਿਰ ਉਸ ਬੱਕਰੇ ਨੂੰ ਮਿੱਟੀ ਪਾ ਕੇ ਟੋਹੇ ਅੰਦਰ ਦੱਬ ਦਿੱਤਾ ਜਾਂਦਾ ਹੈ, ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਮਹਾਰਾਜ ਕਹਿੰਦੇ ਮਲੇਸ਼ਾਂ ਦੀ ਮੰਤਰ ਪੜ੍ਹੇ ਹੋਏ ਨੇ, ਕਹਿੰਦੇ ਉਹਨਾਂ ਦੇ ਜੋ ਮੁਸਲਮਾਨਾਂ ਜਿਵੇਂ 2.5 ਛੁਰੀਆਂ ਚਲਾ ਕੇ ਬੱਕਰਾ ਖੋਹਦੇ ਨੇ, ਕੋਇਆ ਹੋਇਆ ਬੱਕਰਾ ਖਾਣਾ ਹੈ, ਜੋ ਝੂਠ ਦਾ ਧਨ ਹੈ, ਕਿਸੇ ਦਾ ਹੱਕ ਦੱਬਣਾ ਹੈ। ਭਾਵੇਂ ਬੰਦਾ ਜਿੰਨਾ ਮਰਜ਼ੀ ਧਰਮੀ ਅਖਵਾਈ ਜਾਵੇ, ਚਾਹੇ ਪੁੱਤੋਂ ਦੀ ਗਾਤਰੇ ਪਾ ਲਵੇ, ਸਰੀਰਕ ਚੰਨ ਸਾਰੇ ਅਪਣਾ ਲਵੇ, ਪਰ ਜਦੋਂ ਕਿਸੇ ਦਾ ਹੱਕ ਨੱਪਦਾ ਹੈ, ਕਿਸੇ ਦਾ ਧਨ ਨੱਪਦਾ ਹੈ, ਕਿਸੇ ਦਾ ਹੱਕ ਨਹੀਂ ਦਿੰਦਾ, ਏਦਾਂ ਜਾਣੋ ਅਭਾਖਿਆ ਕਾ ਪੁੱਠਾ ਬੱਕਰਾ ਖਾਣਾ। ਉਹ ਇਸਲਾਮ ਧਰਮ ਦੇ ਅੰਦਰ ਕੋਹ ਕੇ ਬੱਕਰਾ ਖਾ ਰਿਹਾ ਹੈ। ਚੌਂਕੇ ਉੱਪਰ ਕਿਸੇ ਨਾ ਜਾਣਾ। ਤੇ ਫਿਰ ਚੌਂਕੇ ਦੇ ਨੇੜੇ ਨਹੀਂ ਕਿਸੇ ਨੂੰ ਆਉਣ ਦਿੰਦੇ। ਕਹਿਣ ਲੱਗੇ ਹੈ ਪੰਡਤ ਜੀ, ਹੇ ਖੱਤਰੀ ਜੀ, ਤੁਸੀਂ ਫਿਰ ਚੌਂਕੇ ਦੇ ਨੇੜੇ ਨਹੀਂ ਆਉਣ ਦਿੰਦੇ ਕਿ ਜੇਕਰ ਕੋਈ ਚੌਂਕੇ ਦੇ ਉੱਪਰ ਚੜ ਗਿਆ, ਅੱਜ ਵੀ ਮਾਝੇ ਇਲਾਕੇ ਦੇ ਅੰਦਰ ਇਹ ਰਿਵਾਜ ਚੱਲਦੇ ਨੇ ਕਿ ਉਹਨਾਂ ਦੇ ਚੌਂਕੇ ਦੇ ਨੇੜੇ ਕੋਈ ਨੀਚ ਜਾਤ ਵਾਲਾ ਨਹੀਂ ਆ ਸਕਦਾ। ਜੋ ਵੀ ਨੀਚ ਜਾਤ ਵਾਲਾ ਭਾਵ ਕੋਈ ਦਿਹਾੜੀਆ ਉਹਨਾਂ ਦੇ ਘਰ ਆਉਂਦਾ ਹੈ ਤੇ ਘਰ ਦੇ ਦਰਵਾਜ਼ੇ ਤੋਂ ਇੱਕ ਥੜੀ ਬਣੀ ਹੁੰਦੀ ਹੈ, ਉਹ ਥੜੀ ਤੋਂ ਥੱਲੇ ਰਹਿ ਕੇ ਗੱਲ ਕਰਦਾ ਹੈ। ਥੱਲੇ ਖੜ ਕੇ ਹੀ ਉਹਨੂੰ ਪ੍ਰਸ਼ਾਦਾ ਪਾਣੀ ਜੋ ਵੀ ਮਿਲਣਾ ਹੈ, ਉਸ ਨੂੰ ਚੌਂਕੇ ਦੇ ਨਜ਼ਦੀਕ ਨਹੀਂ ਆਉਣ ਦਿੰਦੇ। ਪੁਰਾਣੇ ਸਮਿਆਂ ਦੇ ਰਿਵਾਜ ਸਨ। ਕਹਿਣ ਲੱਗੇ ਚੌਂਕੇ ਉੱਪਰ ਕਿਸੇ ਨਾ ਜਾਣਾ, ਜਿਸ ਚੌਂਕੇ ਉੱਪਰ ਤੁਸੀਂ ਆਪਣਾ ਜਲ ਪਾਣੀ ਪ੍ਰਸ਼ਾਦਾ ਪਕਾਉਣੇ ਹੋ, ਉਸ ਦੇ ਨਜ਼ਦੀਕ ਨਹੀਂ ਆਉਣ ਦਿੰਦੇ। ਨੀਕੇ ਚੌਕਾ ਕੱਢੀ ਕਾਰ। ਚੌਂਕੇ ਦੇ ਨਜ਼ਦੀਕ ਨਹੀਂ ਆਉਣ ਦਿੰਦੇ। ਉਹਦੇ ਉੱਪਰ ਤੁਸੀਂ ਗਊ ਦਾ ਗੋਹਾ ਫੇਰਦੇ ਹੋ, ਪਵਿੱਤਰ ਸਮਝਦੇ ਹੋ। ਉੱਪਰ ਆਏ ਬੈਠੇ ਕੂੜਿਆਰ। ਮਹਾਰਾਜ ਕਹਿੰਦੇ ਚੌਂਕੇ ਉੱਪਰ ਨੀਚਾਂ ਨੂੰ ਤਾਂ ਆਉਣ ਨਹੀਂ ਦਿੰਦੇ, ਤੇ ਆਪ ਕਿੰਨੇ ਕੁ ਸੱਚੇ ਹੋ। ਸਾਰੇ ਦਿਨ ਦਾ ਧਨ ਝੂਠ ਬੋਲ ਕੇ ਕਮਾਉਂਦੇ ਹੋ, ਜਗਤ ਦੇ ਵਿੱਚ ਕਸਾਈਆਂ ਵਾਂਗ ਫਿਰਦੇ ਹੋ। ਉੱਪਰ ਆਏ ਬੈਠੇ ਕੂੜਿਆਰ, ਤੇ ਜੋ ਚੌਂਕੇ ਦੇ ਨਜ਼ਦੀਕ ਬੈਠ ਕੇ ਖਾਂਦੇ ਨੇ ਜਾਂ ਪਕਾਉਂਦੇ ਨੇ, ਉਹ ਸਾਰੇ ਹੀ ਕੂੜ ਨੇ, ਝੂਠ ਨੇ। ਮਤ ਪਿੱਟੈ ਵੇ ਮਤ ਪਿੱਟੈ। ਤੇ ਤੁਸੀਂ ਇਹ ਕਹਿੰਦੇ ਹੋ ਜੇਕਰ ਕੋਈ ਚੌਂਕੇ ਦੇ ਨਜ਼ਦੀਕ ਆ ਜਾਵੇਗਾ ਤੇ ਸਾਡਾ ਚੌਂਕਾ ਪਿੱਟਿਆ ਜਾਵੇਗਾ। ਇਹੋ ਅੰਨ ਸਾਡਾ ਪਿੱਟੈ। ਚੌਂਕੇ ਉੱਪਰ ਬਣਨ ਵਾਲਾ ਜੋ ਅੰਨ ਹੈ, ਚੌਂਕੇ ਉੱਪਰ ਬਣਨ ਵਾਲਾ ਅਨਾਜ ਹੈ, ਇਹ ਸਾਰਾ ਹੀ ਫਿੱਟ ਜਾਵੇਗਾ। ਤਿੰਨ ਫਿੱਟੈ ਫੇੜ ਕਰੀਨ। ਮਹਾਰਾਜ ਕਹਿੰਦੇ ਤਿੰਨ ਫਿੱਟਾ ਤਨ ਫਿੱਟਾ ਫੇੜ ਕਰੇਨ। ਮਹਾਰਾਜ ਕਹਿੰਦੇ ਉਹ ਚੌਂਕਾ ਨਹੀਂ ਫਿੱਟਦਾ, ਉਹ ਬਣਦਾ ਹੋਇਆ ਅਨਾਜ ਨਹੀਂ, ਪਦਾਰਥ ਨਹੀਂ ਫਿੱਟਦਾ। ਤੁਹਾਡੇ ਤਨ ਫਿੱਟੇ ਹੋਏ ਨੇ, ਤੁਹਾਡੇ ਮਨ ਫਿੱਟੇ ਹੋਏ ਨੇ। ਮਨ ਝੂਠੈ ਚੁਲੀ ਭਰੀਨ। ਮਹਾਰਾਜ ਕਹਿੰਦੇ ਮਨਾਂ ਦੇ ਅੰਦਰ ਤਾਂ ਝੂਠ ਲਈ ਫਿਰਦੇ ਹੋ,
ਕਹੋ ਨਾਨਕ ਸੱਚ ਧਿਆਈਐ। ਮਹਾਰਾਜ ਕਹਿੰਦੇ ਮੁੱਖ ਦੀ ਗੱਲ ਇਹ ਹੈ ਕਿ ਸੰਸਾਰ ਦੇ ਵਿੱਚ ਸੱਚ ਧਿਆਈਐ, ਇੱਕੋ ਪਰਮੇਸ਼ਰ ਦਾ ਨਾਮ ਸੱਚਾ ਹੈ, ਉਸ ਨੂੰ ਜਪਣਾ ਕਰੋ, ਉਸ ਨੂੰ ਧਿਆਉਣਾ ਕਰੋ। ਹੁਣ ਸੱਚ ਹੋਵੇ ਤਾਂ ਸੱਚ ਪਾਈਐ। ਜੇਕਰ ਸੁੱਚ ਦੇ ਤਖਤ ਉੱਪਰ ਬੈਠੋਗੇ, ਜੇਕਰ ਸੱਚ ਦੇ ਤਖਤ ਉੱਤੇ ਬੈਠੋਗੇ ਫਿਰ ਹੀ ਸੁੱਚ ਦੀ ਪ੍ਰਾਪਤੀ ਹੋਵੇਗੀ। ਜੇਕਰ ਮਨ ਸੁੱਚੇ ਰੱਖੋਗੇ ਤੇ ਫਿਰ ਹੀ ਸੱਚ ਦੀ ਪ੍ਰਾਪਤੀ ਹੋਵੇਗੀ। ਜੇਕਰ ਜ਼ਿੰਦਗੀ ਦੇ ਵਿੱਚ ਸੱਚ ਹੋਵੇਗਾ ਫਿਰ ਹੀ ਸੁੱਚਮ ਰੱਖਣ ਦਾ ਫਾਇਦਾ ਹੈ, ਫਿਰ ਹੀ ਸੱਚ ਰੱਖ ਕਰਕੇ ਸੁੱਚਮ ਦੇ ਨਾਲ ਜਿਉਣ ਦਾ ਫਾਇਦਾ ਹੈ। ਉਵੇਂ ਬੰਦਾ ਭਾਵੇਂ ਜਿੰਨੀ ਮਰਜ਼ੀ ਮਰਿਆਦਾ ਅਪਣਾਈ ਜਾਵੇ, ਜੇਕਰ ਮਨ ਗੰਧਲਾ ਹੈ, ਮਨ ਦੇ ਵਿੱਚ ਝੂਠ ਹੈ, ਮਨ ਦੇ ਵਿੱਚ ਝੂਠ ਹੈ, ਫਿਰ ਬਾਹਰੋਂ ਸੁੱਚਮਾਂ ਦਾ ਕੋਈ ਫਾਇਦਾ ਨਹੀਂ। ਕਿਸੇ ਵੀ ਦਰਗਾਹ ਦੇ ਵਿੱਚ ਇਹ ਚੀਜ਼ਾਂ ਪ੍ਰਵਾਨ ਨਹੀਂ ਹੋਣਗੀਆਂ। ਇਹ ਉਪਦੇਸ਼ ਮਹਾਰਾਜ ਜੀਆਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਪਰ ਬੇਈ ਨਦੀ ਦੇ ਉੱਪਰ ਖੜੇ ਖੱਤਰੀ ਅਤੇ ਬ੍ਰਾਹਮਣਾਂ ਤਾਈਂ ਦਿੱਤਾ ਹੈ। ਇੱਥੋਂ ਤੱਕ ਅੱਜ ਦਾ ਉਪਦੇਸ਼ ਆਇਆ ਹੈ, ਕਥਾ ਵਿਚਾਰ ਆਈ ਹੈ, ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਅੱਗੇ ਕਿਸ ਪ੍ਰਕਾਰ ਇਹਨਾਂ ਤਿੰਨਾਂ ਦੇ ਵਿੱਚ ਗੁਰੂ ਨਾਨਕ ਦੇਵ ਜੀਆਂ ਨੇ ਖੱਤਰੀ ਅਤੇ ਬ੍ਰਾਹਮਣਾਂ ਵਿੱਚ ਵਿਚਾਰਾਂ ਹੋਣਗੀਆਂ, ਕੱਲ ਦੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਗੁਰੂ ਦਾ ਇਤਿਹਾਸ ਸ਼ਬਦ ਜਾਣ ਕੇ ਆਪਣੇ ਹਿਰਦਿਆਂ ਵਿੱਚ ਵਸਾਉਣਾ ਜੀ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਹੈ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ, ਮਨ ਵਜੀਆਂ ਗਾਈਆਂ। ਵਾਗਰ ਤਨ ਪਰਵਾਰ ਭਰੀਆ ਸ਼ਬਦ ਗਾ ਬਣਾਇਆ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸੁਨ ਰਾਜ ਸੁਆਮੀ, ਸੋ ਕਿਆ ਮਨ ਹਮ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੂਤਾਂ ਸਭ ਗਵਾਈਆਂ। ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰ ਬਿਟਹੁ, ਜਿਸ ਦੀਆਂ ਇਹ ਵਡਿਆਈਆਂ। ਨਾਨਕ ਸੁਣੋ ਸੰਤੋ ਸਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੈ। ਨਾਨਕ ਤੈ ਸਭ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇਦਾਈ ਜਾਇਆ, ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਦੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਸੰਕਟ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਗਏ ਸੰਕਟ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।